ਕਿਸਾਨ ਵੀਰੋ, ਅਸੀਂ ਵੇਖ ਰਹੇ ਹਾਂ ਕਿ ਸਾਡੀ ਪਸ਼ੂ ਪਾਲਕ ਕਿਸਾਨੀ ਨੂੰ ਪਿਛਲੇ ਕੁਝ ਵਕਤ ਦੇ ਵਿੱਚ ਬੜੀਆਂ ਨਵੀਆਂ ਮੁਸ਼ਕਲਾਂ ਦਰਪੇਸ਼ ਆਈਆਂ ਨੇ। ਅਜੇ ਅਸੀਂ ਲੰਪੀ ਸਕਿਨ ਦੀ ਬਿਮਾਰੀ ਨਾਲ ਜੂਝ ਰਹੇ ਹਾਂ। ਉਸ 'ਤੇ ਅਸੀਂ ਤੁਹਾਨੂੰ ਪਿੱਛੇ ਜਿਹੇ ਪ੍ਰੋਗਰਾਮ ਵੀ ਵਿਖਾਏ ਨੇ। ਅਤੇ ਨਾਲ ਦੇ ਨਾਲ ਹੁਣ ਇੱਕ ਨਵੀਂ ਬਿਮਾਰੀ ਜਿਹੜੀ ਆ ਅਫਰੀਕਨ ਸਵਾਈਨ ਫੀਵਰ, ਜਿਹੜੀ ਕਿ ਸੂਰਾਂ 'ਚ ਪਾਈ ਜਾਂਦੀ ਆ, ਉਹ ਪ੍ਰਵੇਸ਼ ਕਰ ਚੁੱਕੀ ਹੈ ਪੰਜਾਬ ਦੀਆਂ ਜੂਹਾਂ 'ਚ। ਅਤੇ ਹੁਣ ਇਸ ਬਿਮਾਰੀ ਸੰਬੰਧੀ ਅਸੀਂ ਕਿਵੇਂ ਬਚਾਅ ਰੱਖਣਾ ਹੈ, ਬਿਮਾਰੀ ਦੇ ਲੱਛਣ ਕੀ ਆ, ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਪਸ਼ੂ ਪਾਲਕਾਂ ਨੂੰ ਨੁਕਸਾਨ ਹੋ ਰਿਹਾ ਹੈ, ਇਸ ਸਾਰੇ ਕਾਸੇ ਵਾਸਤੇ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ। ਸਾਡੇ ਨਾਲ ਨੇ ਡਾਕਟਰ ਜਸਬੀਰ ਸਿੰਘ ਬੇਦੀ ਜੀ, ਜਿਹੜੇ ਕਿ ਇੱਥੋਂ ਦੇ ਸੈਂਟਰ ਫਾਰ ਵਨ ਹੈਲਥ, ਜਿਹੜਾ ਕਿ ਪਸ਼ੂ, ਮਨੁੱਖ ਅਤੇ ਵਾਤਾਵਰਨ ਦੀ ਸਿਹਤ ਸੰਬੰਧੀ ਮਿਲਿਆ ਜੁਲਿਆ ਕੰਮ ਕਰਦਾ ਹੈ, ਉਹਦੇ ਡਾਇਰੈਕਟਰ ਨੇ। ਅਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ 'ਤੇ ਅਫਰੀਕਨ ਸਵਾਈਨ ਫੀਵਰ ਬਾਰੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਅਸੀਂ ਨਾ ਪਿਛਲੇ ਕੁਝ ਵਕਤ 'ਚ ਵੇਖਿਆ ਕਿ ਸਾਡੀ ਕਿਸਾਨੀ ਨੂੰ ਨਵੀਆਂ ਮੁਸ਼ਕਲਾਂ ਜਿਹੜੀਆਂ ਬੜੀ ਤੇਜ਼ੀ ਨਾਲ ਉਹ ਵੀ ਜਿਹੜੀਆਂ ਸਾਹਮਣੇ ਆਈਆਂ, ਅਤੇ ਉਹਨਾਂ 'ਚ ਹੁਣ ਇੱਕ ਨਵੀਂ ਬਿਮਾਰੀ ਜਿਹੜੀ ਆ ਉਹ ਪ੍ਰਗਟ ਹੋਈ ਆ, ਅਫਰੀਕਨ ਸਵਾਈਨ ਫੀਵਰ ਜੀ। ਅਤੇ ਕਈ ਵਾਰ ਕਿਸਾਨ ਵੀਰ ਨੂੰ ਪਤਾ ਨਹੀਂ ਲੱਗਦਾ ਕਿ ਬਿਮਾਰੀ ਕੀ ਆ, ਇਹ ਕੋਈ ਹੋਰ ਬਿਮਾਰੀ ਨਹੀਂ ਗੀ, ਉਹਨੂੰ ਸਮਝ ਨਹੀਂ ਆਉਂਦੀ। ਕੁਛ ਉਹਦੇ ਬਾਰੇ ਤੁਸੀਂ ਆਪਣੇ ਵਿਗਿਆਨਕ ਪੱਖ ਤੋਂ ਸਾਨੂੰ ਦੱਸੋ ਕਿ ਅਖੀਰ ਅਫਰੀਕਨ ਸਵਾਈਨ ਫੀਵਰ ਬਿਮਾਰੀ ਜਿਹੜੀ ਆ ਉਹ ਹੈ ਕੀ ਹੈ। ਹਰਪ੍ਰੀਤ ਜੀ, ਅਫਰੀਕਨ ਸਵਾਈਨ ਫੀਵਰ ਬਿਮਾਰੀ ਜਿਹੜੀ ਇਹ ਸੂਰਾਂ ਦੀ ਬਿਮਾਰੀ ਹੈ ਜੀ, ਤੇ ਇੱਕ ਵਾਇਰਸ ਹੈ ਜਿਹੜਾ ਐਸਫੀ ਵਿਰਿਡੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ। ਐਸਫੀ ਵਾਇਰਸ ਹੈ ਜੀ, ਜਿਹਦੇ ਨਾਲ ਕੀ ਇਹ ਬਿਮਾਰੀ ਹੁੰਦੀ ਹੈ। ਇਹ ਬਿਮਾਰੀ ਜਿਹੜੀ ਡੋਮੈਸਟਿਕ, ਜਿਹਨੂੰ ਪਾਲਤੂ ਸੂਰ ਜਾਂ ਜੰਗਲੀ ਸੂਰ ਦੋਵਾਂ ਵਿੱਚ ਪਾਈ ਜਾਂਦੀ ਹੈ ਜੀ, ਤੇ ਇਹ ਬਿਮਾਰੀ ਦੇ ਕਾਰਨ ਬੜੇ ਜ਼ਿਆਦਾ ਸੀਰੀਅਸ ਪ੍ਰੋਡਕਸ਼ਨ ਤੇ, ਜਿਵੇਂ ਮੀਟ ਦੇ ਉਤਪਾਦਨ ਤੇ ਅਤੇ ਇਕਨੋਮਿਕਸ ਤੇ ਇਫੈਕਟ ਪੈਂਦਾ ਹੈ ਜੀ। ਕਿਉਂਕਿ ਇਸ ਬਿਮਾਰੀ ਦੇ ਕਾਰਨ ਜੇ ਇਹ ਬਿਮਾਰੀ ਸੂਰਾਂ ਵਿੱਚ ਆ ਜਾਂਦੀ ਹੈ, ਮੰਨ ਲਓ ਕਿਸੇ ਫਾਰਮ ਤੇ ਆ ਗਈ, ਤਾਂ ਉੱਥੇ 100% ਮੋਰਟੈਲਿਟੀ, ਮਤਲਬ ਮੌਤ ਦਰ ਜਿਹੜੀ ਉਹ 100% ਤੱਕ ਪਹੁੰਚ ਜਾਂਦੀ ਹੈ ਜੀ। ਇਸ ਤੋਂ ਇਲਾਵਾ ਇਸ ਬਿਮਾਰੀ ਦੇ ਕੰਟਰੋਲ ਪ੍ਰੋਗਰਾਮ ਤੇ ਸਰਕਾਰਾਂ ਦਾ ਕਾਫੀ ਜ਼ਿਆਦਾ ਖਰਚ ਹੁੰਦਾ ਹੈ। ਸੋ ਇਸ ਲਈ ਇਹ ਬਿਮਾਰੀ ਬੜੀ ਇੰਪੋਰਟੈਂਟ ਹੈ। ਤੇ ਪੰਜਾਬ ਵਿੱਚ ਜੇ ਆਪਾਂ ਗੱਲ ਕਰੀਏ ਤੇ ਪੰਜਾਬ ਵਿੱਚ ਇਹ ਬਿਮਾਰੀ ਜਿਹੜੀ ਉਹ ਦਸਤਕ ਦੇ ਚੁੱਕੀ ਹੈ ਜੀ। ਹਾਲੇ ਤੱਕ 2 ਡਿਸਟ੍ਰਿਕਟ ਜਿਹੜੇ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ, ਪਟਿਆਲਾ 'ਚ 4 ਪਿੰਡਾਂ 'ਚ ਇਹ ਬਿਮਾਰੀ ਦੇ ਕੇਸ ਪਾਏ ਗਏ ਨੇ, ਤੇ ਫਤਿਹਗੜ੍ਹ ਸਾਹਿਬ ਵਿੱਚ ਇੱਕ ਮੰਡੋਫਾਲ ਵਿਲੇਜ ਵਿੱਚ ਪਿੱਛੇ ਜੇ ਪੁਸ਼ਟੀ ਹੋਈ ਹੈ ਇਸ ਬਿਮਾਰੀ ਦੀ। ਬੇਦੀ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਵਿਸ਼ਾਣੂ ਤੋਂ ਜਿਹੜੀ ਬਿਮਾਰੀ ਉਹ ਅੱਗੇ ਪਨਪਦੀ ਆ ਜੀ, ਵਿਸ਼ਾਣੂ ਵੀ ਤੇ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਤੱਕ ਉਸ ਪਸ਼ੂ ਜਾਂ ਜਾਨਵਰ ਤੱਕ ਪਹੁੰਚਦਾ ਹੈ ਨਾ, ਉਹ ਕਿਸ ਤਰੀਕੇ ਨਾਲ, ਤਾਂ ਕਿ ਸਾਡਾ ਕਿਸਾਨ ਥੋੜਾ ਜਾਗਰੂਕ ਹੋ ਸਕੇ, ਚੇਤਨ ਹੋ ਸਕੇ ਕਿ ਬਿਮਾਰੀ ਇਸ ਤਰੀਕੇ ਨਾਲ ਮੇਰੇ ਵਾੜੇ ਦੀ ਜੂਹ 'ਚ ਆ ਸਕਦੀ ਹੈ ਜੀ, ਉਹਦੇ ਬਾਰੇ ਸਾਨੂੰ ਚਾਨਣਾ ਪਾਓ। ਜਿੰਨੀ ਦੇਰ ਤੱਕ ਆਪਾਂ ਨੂੰ ਇਹ ਨਹੀਂ ਪਤਾ ਵੀ ਬਿਮਾਰੀ ਆਈ ਕਿੱਥੋਂ ਹੈ, ਉਹਦਾ ਸੋਰਸ ਨਹੀਂ ਪਤਾ ਜਾਂ ਉਹ ਕਿਵੇਂ ਫੈਲਦੀ ਏ, ਤਦ ਤੱਕ ਉਹਦੇ ਵਾਸਤੇ ਆਪਾਂ ਜਿਹੜਾ ਕੰਟਰੋਲ ਪ੍ਰੋਗਰਾਮ ਜਿਹੜਾ ਉਹ ਨਹੀਂ ਬਣਾ ਸਕਾਂਗੇ ਜੀ। ਤੇ ਇਹ ਬਿਮਾਰੀ ਜਿਹੜੀ ਹੈ, ਇਹ ਇੱਕ ਲਾਗ ਦੀ ਬਿਮਾਰੀ ਹੈ। ਮੁੱਖ ਤੌਰ ਤੇ 3 ਤਰੀਕਿਆਂ ਦੇ ਨਾਲ ਇਹ ਜਿਹੜੀ ਇਹ ਸੂਰਾਂ ਦੇ ਵਿੱਚ ਫੈਲਦੀ ਹੈ ਜੀ। ਜਿਹੜਾ ਸਭ ਤੋਂ ਪਹਿਲਾਂ, ਜਿਹਨੂੰ ਆਪਾਂ ਤਰੀਕਾ ਕਹਿੰਦੇ ਆ ਡਾਇਰੈਕਟ ਕੰਟੈਕਟ ਜੀ, ਉਹਦੇ ਵਿੱਚ ਕੀ ਹੈ ਵੀ ਜੇ ਬਿਮਾਰ ਸੂਰ ਤੇ ਤੰਦਰੁਸਤ ਸੂਰ ਆਪਸ ਦੇ ਵਿੱਚ ਡਾਇਰੈਕਟ ਕੰਟੈਕਟ ਦੇ ਵਿੱਚ ਨੇ, ਕਿਉਂਕਿ ਸੂਰਾਂ ਦੀ ਜਿਹੜੀ ਇਕੱਠੇ ਰਹਿੰਦੇ ਨੇ ਤੇ ਕਈ ਵਾਰੀ ਉਹਨਾਂ ਦੇ ਨੱਕ ਨਾਲ ਨੱਕ ਜੁੜਦੇ ਨੇ ਜਾਂ ਮੂੰਹ ਨਾਲ ਮੂੰਹ ਜੁੜਦਾ ਹੈ, ਤੇ ਉਹਦੇ ਨਾਲ ਜਿਹੜੇ ਬਿਮਾਰ ਪਸ਼ੂ ਤੋਂ ਵਿਸ਼ਾਣੂ ਜਿਹੜੇ ਉਹ ਤੰਦਰੁਸਤ ਪਸ਼ੂ ਵਿੱਚ ਜਾ ਸਕਦੇ ਨੇ ਜੀ। ਦੂਜਾ ਕਾਰਨ ਹੁੰਦਾ ਇਹਦਾ, ਉਹਨੂੰ ਆਪਾਂ ਇਨਡਾਇਰੈਕਟ ਕੰਟੈਕਟ ਕਹਿ ਦਿੰਦੇ ਹਾਂ ਜੀ, ਕਿਉਂਕਿ ਜੇ ਇਹ ਬਿਮਾਰੀ ਸੂਰ ਨੂੰ ਹੋਈ ਹੈ ਤਾਂ ਉਹਦੇ ਮੀਟ ਦੇ ਵਿੱਚ ਇਹ ਬਿਮਾਰੀ ਦੇ ਵਿਸ਼ਾਣੂ ਜਿਹੜੇ ਨੇ ਉਹ ਕਾਫੀ ਟਾਈਮ ਤੱਕ ਜਿੰਦਾ ਰਹਿੰਦੇ ਨੇ ਜੀ। ਤੇ ਉਹ ਵਿਸ਼ਾਣੂ ਗ੍ਰਸਤ ਮੀਟ ਜੇ ਆਪਾਂ ਸੂਰਾਂ ਨੂੰ ਖਾਣ ਨੂੰ ਦੇਵਾਂਗੇ ਤਾਂ ਜਿਹੜੇ ਤੰਦਰੁਸਤ ਸੂਰ ਨੇ ਉਹ ਵੀ ਬਿਮਾਰ ਹੋ ਜਾਣਗੇ ਜੀ। ਇਹਦੇ ਨਾਲ ਇਨਡਾਇਰੈਕਟ ਦੇ ਵਿੱਚ ਜਿਹੜੀ ਹੋਰ ਪ੍ਰਮੁੱਖ ਚੀਜ਼ ਆਉਂਦੀ ਹੈ ਜਿਹਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਉਹ ਗਈਆਂ ਫੋਮਾਈਟਸ, ਜਿਵੇਂ ਕਿ ਵੱਖ-ਵੱਖ ਚੀਜ਼ਾਂ ਜਿਹੜੀਆਂ ਇਨਵੋਲਵ ਹੁੰਦੀਆਂ ਨੇ ਬਿਮਾਰੀ ਫੈਲਾਉਣ 'ਚ। ਜਿਵੇਂ ਕੋਈ ਵਹੀਕਲ ਤੁਹਾਡੇ ਫਾਰਮ ਦੇ ਉੱਤੇ ਆਇਆ ਤੇ ਉਹ ਪਹਿਲੇ ਵਹੀਕਲ ਕਿਤੇ ਬਿਮਾਰ ਫਾਰਮ ਦੇ ਉੱਤੇ ਗਿਆ ਸੀ, ਉਹਦੇ ਟਾਇਰਾਂ ਦੇ ਨਾਲ ਮਿੱਟੀ ਲੱਗ ਕੇ ਉਹਦੇ ਵਿੱਚ ਜੀਵਾਣੂ ਜਿਹੜੇ ਉਹ ਫਾਰਮ ਦੇ ਵਿੱਚ ਆ ਸਕਦੇ ਨੇ ਜੀ। ਦੂਜਾ ਕੋਈ ਕਲੋਥਿੰਗ ਹੈ, ਕੋਈ ਕੱਪੜੇ, ਕੋਈ ਵਿਜ਼ਿਟਰ ਜਾਂ ਕੋਈ ਫਾਰਮਰ ਬਿਮਾਰ ਜਿਹੜਾ ਗ੍ਰਸਤ ਫਾਰਮ ਹੈ ਉਹਦੇ ਤੋਂ ਇਹਦੇ ਵਿੱਚ ਆਇਆ ਜੀ, ਤੁਹਾਡੇ ਤੰਦਰੁਸਤ ਫਾਰਮ ਦੇ ਵਿੱਚ, ਉਹ ਵੀ ਉੱਥੋਂ ਵਾਇਰਸ ਲਿਆ ਸਕਦਾ ਹੈ ਜੀ। ਜਾਂ ਕੋਈ ਸ਼ੂਜ਼ ਦੇ ਨਾਲ ਮਿੱਟੀ ਲੱਗੀ ਹੈ, ਬੂਟਾਂ ਦੇ ਨਾਲ, ਉਹ ਵੀ ਜਿਹੜੀ ਉਹ ਆ ਸਕਦੀ ਹੈ ਜੀ। ਇਸ ਤੋਂ ਇਲਾਵਾ ਇੱਕ ਹੋਰ ਕਾਰਨ ਦੇਖਿਆ ਗਿਆ, ਉਹ ਨੇ ਸੌਫਟ ਟਿਕ, ਔਰਨੀਥੋਡੋਰਸ ਫੈਮਿਲੀ ਦੇ ਟਿਕਸ ਹੁੰਦੇ ਨੇ, ਚਿੱਚੜ ਜੀ, ਉਹ ਵੀ ਇਹ ਬਿਮਾਰੀ ਜਿਹੜੀ ਹੈ ਫੈਲਾਉਣ ਵਿੱਚ
ਯੋਗਦਾਨ ਪਾਉਂਦੇ ਨੇ। ਸੋ ਬੇਸਿਕਲੀ 3 ਮੇਨ ਤਰੀਕਿਆਂ ਦੇ ਨਾਲ ਇਹ ਬਿਮਾਰੀ ਫੈਲਦੀ ਹੈ। ਕਈ ਵਾਰੀ ਅਸੀਂ ਦੇਖਿਆ ਵੀ ਇਹ ਬਿਮਾਰੀ ਜਿਹੜੀ ਨਾ ਇਹ ਜੰਗਲੀ ਸੂਰਾਂ ਤੋਂ ਵੀ ਜਿਹੜੀ ਹੈ ਜਿਹੜੇ ਆਪਣੇ ਪਾਲਤੂ ਸੂਰ ਨੇ ਉਹਨਾਂ ਵਿੱਚ ਆ ਸਕਦੀ ਹੈ ਜੀ। ਕਿਉਂਕਿ ਜੇ ਤੁਸੀਂ ਦੇਖੋ ਜਿਹੜਾ ਆਪਣੇ ਕਲਚਰ ਹੈ ਵੀ ਸਕੈਵੈਂਜਿੰਗ ਸੂਰ ਜਿਹੜੇ ਬਾਹਰ ਫਿਰਦੇ ਨੇ ਜੀ ਉਹਨਾਂ 'ਚ ਇਹ ਬਿਮਾਰੀ ਆ ਸਕਦੀ ਹੈ ਕਿਉਂਕਿ ਉਹ ਗਾਰਬੇਜ ਵਗੈਰਾ ਖਾਂਦੇ ਨੇ ਤਾਂ ਕਈ ਵਾਰੀ ਉਹਨਾਂ ਦਾ ਐਕਸਪੋਜ਼ਰ ਹੋ ਜੇ ਇਸ ਵਾਇਰਸ ਨੂੰ ਜੀ ਤੇ ਉਹ ਤੁਹਾਡੇ ਫਾਰਮ ਦੇ ਵਿੱਚ ਆ ਜਾਣ ਜਾਂ ਉਹਨਾਂ ਦੇ ਤੁਹਾਡੇ ਸੂਰਾਂ ਦਾ ਉਹਨਾਂ ਦੇ ਨਾਲ ਕੰਟੈਕਟ ਹੋ ਜੇ ਤੇ ਉੱਥੋਂ ਵੀ ਇਹ ਬਿਮਾਰੀ ਜਿਹੜੀ ਹੈ ਉਹ ਆਪਣੇ ਫਾਰਮ ਤੇ ਆ ਸਕਦੀ ਹੈ। ਡਾਕਟਰ ਜਸਵੀਰ ਬੇਦੀ ਜੀ, ਵੇਖੋ ਬਿਮਾਰੀ ਆਉਣ ਦੇ ਕਈ ਕਾਰਨ ਜਿਹੜੇ ਆ ਉਹ ਬਣ ਸਕਦੇ ਆ। ਉਸ ਤਰੀਕੇ ਨਾਲ ਵੇਖੋ ਗੱਲ ਤੇ ਇਹੋ ਹੀ ਆ ਵੀ ਸਾਡੇ ਕਿਸਾਨ ਵੀਰ ਉਹਨਾਂ ਨੂੰ ਬਹੁਤ ਜਾਗਰੂਕ ਰਹਿਣ ਦੀ ਲੋੜ ਆ ਕਿ ਇਹੋ ਜਿਹੀਆਂ ਸਾਰੇ ਜਿਹੜੇ ਵੀ ਉਹ ਰਸਤੇ ਆ ਉਹ ਬੰਦ ਕਰਕੇ ਰੱਖਣ ਵੀ ਜਿੱਥੋਂ ਇਸ ਤਰੀਕੇ ਨਾਲ ਬਿਮਾਰੀ ਪ੍ਰਵੇਸ਼ ਕਰ ਸਕਦੀ ਹੈ। ਹੁਣ ਆ ਜਾਂਦੀ ਗੱਲ ਕਿ ਕਈ ਵਾਰ ਸਾਡੇ ਕਿਸਾਨ ਵੀਰ ਨੂੰ ਸਪਸ਼ਟ ਨਹੀਂ ਹੁੰਦਾ ਕਿ ਬਿਮਾਰੀ ਕੀ ਆ, ਕਿਸ ਤਰੀਕੇ ਨਾਲ ਪਛਾਣੇ, ਉਦੋਂ ਕਿਹੜੇ ਲੱਛਣ ਆ ਜਿਨ੍ਹਾਂ ਨੂੰ ਵੇਖ ਕੇ ਉਹਨੂੰ ਪਤਾ ਲੱਗ ਸਕੇ ਕਿ ਇਹ ਸੱਚੀ ਮੁੱਚੀ ਅਫਰੀਕਨ ਸਵਾਈਨ ਫੀਵਰ ਜਿਹੜੀ ਆ ਉਹ ਬਿਮਾਰੀ ਆ ਤੇ ਮੈਂ ਹੁਣ ਜਿਹੜਾ ਵਾ ਉਹ ਡਾਕਟਰ ਸਾਹਿਬ ਨਾਲ ਸੰਪਰਕ ਕਰਾਂ ਜਾਂ ਮੈਂ ਕਿਸ ਤਰੀਕੇ ਨਾਲ ਇਹਦਾ ਬਚਾਅ ਕਰਾਂ। ਉਹ ਲੱਛਣ ਕਿਹੜੇ ਨੇ ਮੁੱਖ ਤੌਰ ਤੇ? ਅਫਰੀਕਨ ਸਵਾਈਨ ਫੀਵਰ ਬਿਮਾਰੀ ਦੇ ਜੇ ਲੱਛਣਾਂ ਦੀ ਗੱਲ ਕਰੀਏ ਤਾਂ ਪ੍ਰਮੁੱਖ ਤੌਰ ਤੇ ਬਿਮਾਰੀ ਦੇ ਲੱਛਣ ਜਿਹੜੇ 2 ਰੂਪਸ ਦੇ ਵਿੱਚ ਆਉਂਦੇ ਨੇ, 2 ਫਾਰਮਸ ਦੇ ਵਿੱਚ ਆਉਂਦੇ ਨੇ ਜੀ। ਇੱਕ ਨੂੰ ਕਹਿੰਦੇ ਆਪਾਂ ਅਕਿਊਟ ਤੇ ਇੱਕ ਹੁੰਦੀ ਹੈ ਕ੍ਰੋਨਿਕ ਜੀ। ਅਕਿਊਟ ਬਿਮਾਰੀ ਜਦੋਂ ਹੁੰਦੀ ਹੈ ਉਹ ਵਾਇਰਸ ਜਿਹੜਾ ਬਿਮਾਰੀ ਕਰਦਾ ਜਾਂ ਵਿਸ਼ਾਣੂ ਕਰਦਾ ਉਹ ਬੜਾ ਵਿਰੂਲੈਂਟ ਹੁੰਦਾ ਹੈ ਜੀ। ਤੇ ਜਦੋਂ ਉਹ ਵਿਸ਼ਾਣੂ ਆਪਣੇ ਸੂਰਾਂ ਨੂੰ ਪ੍ਰਭਾਵਿਤ ਕਰੇਗਾ ਤਾਂ ਸਭ ਤੋਂ ਪਹਿਲੇ ਲੱਛਣ ਆਣਗੇ ਵੀ ਹਾਈ ਫੀਵਰ ਜੀ। ਪਰ ਫੀਵਰ ਇੱਕ ਆਮ ਤੌਰ ਤੇ ਕਿਸਾਨ ਜਿਹੜੇ ਉਹ ਨੋਟ ਨਹੀਂ ਕਰਦੇ ਵੀ ਆਪਾਂ ਡੇਲੀ ਉਹਨੂੰ ਪੈਰਾਮੀਟਰ ਚ ਨਹੀਂ ਦਿੰਦੇ ਜੀ। ਉਸ ਤੋਂ ਇਲਾਵਾ ਸੂਰ ਜਿਹੜੇ ਆਫ ਫੀਡ ਹੋ ਜਾਣਗੇ, ਖਾਣਾ ਪੀਣਾ ਛੱਡ ਦੇਣਗੇ ਜੀ, ਤੇ ਜਿਹੜੀ ਮੋਰਟੈਲਿਟੀ ਹੈ ਉਹਨਾਂ ਦੇ ਵਿੱਚ ਮਰਨੇ ਸ਼ੁਰੂ ਹੋ ਜਾਣਗੇ ਜੀ। ਕਿਉਂਕਿ ਸੂਰਾਂ ਦੇ ਵਿੱਚ ਜਿਹੜਾ ਵਿਰੂਲੈਂਟ ਫਾਰਮ ਹੈ ਉਹ ਤਕਰੀਬਨ 1 ਤੋਂ 3 ਦਿਨਾਂ ਦੇ ਵਿੱਚ ਜਿਹੜੀ ਹੈ ਉਹ ਮੌਤ ਕਰ ਦਿੰਦਾ ਹੈ ਜੀ। ਤੇ ਅਕਿਊਟ ਕੇਸ ਦੇ ਵਿੱਚ ਤਕਰੀਬਨ 100% ਤੱਕ ਜਿਹੜੇ ਸੂਰਾਂ ਦੀ ਮੌਤ ਹੋ ਜਾਂਦੀ ਹੈ। ਦੂਜੀ ਤਰ੍ਹਾਂ ਦੇ ਜਿਹੜੇ ਲੱਛਣ ਆਉਂਦੇ ਨੇ ਕ੍ਰੋਨਿਕ, ਜਿਹਨੂੰ ਆਪਾਂ ਕਹਿੰਦੇ ਆ ਵੀ ਜਿਹੜੇ ਲੰਬੇ ਟਾਈਮ ਲਈ ਹੁੰਦੇ ਨੇ, ਉਹਨਾਂ ਵਿੱਚ ਇੰਟਰਮੀਟੈਂਟ ਜਿਹਾ ਬੁਖਾਰ ਰਹੇਗਾ, ਕਦੀ ਬੁਖਾਰ ਉਤਰ ਗਿਆ ਕਦੀ ਚੜ ਗਿਆ, ਸੂਰ ਜਿਹੜੇ ਕਮਜ਼ੋਰ ਹੋ ਜਾਣਗੇ, ਕਈਆਂ ਦੀ ਜਿਹੜੀਆਂ ਲੱਤਾਂ ਸੁੱਜ ਜਾਂਦੀਆਂ ਨੇ, ਜੁਆਇੰਟ ਪੇਨ ਹੋਣ ਲੱਗ ਜਾਂਦੀ ਹੈ, ਕਈ ਸੂਰੀਆਂ ਜਿਹੜੀਆਂ ਪ੍ਰੈਗਨੈਂਟ ਨੇ ਅਬੋਰਸ਼ਨ ਹੋ ਜਾਂਦਾ ਉਹਨਾਂ ਦੇ ਵਿੱਚ। ਸੋ ਇਸ ਤਰ੍ਹਾਂ ਦੇ ਲੱਛਣ ਜਿਹੜੇ ਉਹ ਪਰਸਿਸਟ ਕਰਦੇ ਨੇ ਤੇ ਜਿਹੜੇ ਸੂਰ ਨੇ ਉਹ ਕਾਫੀ ਦੇਰ ਤੱਕ ਜਿਹੜੇ ਵਾਇਰਸ ਦੀ ਸ਼ੈਡਿੰਗ ਕਰਦੇ ਰਹਿੰਦੇ ਨੇ ਡਿਫਰੈਂਟ ਤਰੀਕਿਆਂ ਨਾਲ ਇਨਵਾਇਰਨਮੈਂਟ ਦੇ ਵਿੱਚ। ਮਤਲਬ ਜਦੋਂ ਇਹ ਲੱਛਣ ਦਿਸਦੇ ਹੋਣ ਸਾਡੇ ਕਿਸਾਨ ਵੀਰ ਨੂੰ ਤਾਂ ਉਦੋਂ ਉਹਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਜਾਂ ਦੱਸਣਾ ਚਾਹੀਦਾ ਵੀ ਆਹ ਜਿਹੜੀ ਆ ਉਹ ਪਰੇਸ਼ਾਨੀ ਮੈਨੂੰ ਆਈ ਲੱਗਦੀ। ਬੇਦੀ ਸਾਹਿਬ, ਜਦੋਂ ਅਸੀਂ ਇਸ ਤਰੀਕੇ ਦੇ ਕੋਈ ਲੱਛਣ ਪਛਾਣਦੇ ਆ ਤਾਂ ਉਹਦੇ ਤੋਂ ਬਾਅਦ ਬਿਮਾਰੀ ਜਿਹੜੀ ਆ ਉਹਨੂੰ ਪੱਕੇ ਤੌਰ ਤੇ ਨਿਰਧਾਰਤ ਕਰਨ ਵਾਸਤੇ ਤੇ ਉਹਦੇ ਤੋਂ ਬਾਅਦ ਜਿਹੜਾ ਵਾ ਉਹ ਸਾਡਾ ਸੂਰ ਪਾਲਕ ਜਿਹੜਾ ਹੈ ਉਹ ਕਿਸ ਤਰੀਕੇ ਦਾ ਆਪਣੇ ਫਾਰਮ ਤੇ ਇਹਤਿਆਤ ਰੱਖੇ? ਹਰਪ੍ਰੀਤ ਜੀ, ਇਹ ਬਿਮਾਰੀ ਦੀ ਜਾਂਚ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਕਸ਼ਨ ਪਲਾਨ ਬਣਾਇਆ ਗਿਆ 2020 ਦੇ ਵਿੱਚ, ਜਿੰਦੇ ਵਿੱਚ ਇਸ ਬਿਮਾਰੀ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਜੇ ਮੰਨ ਲਓ ਜਿਹੜੇ ਕੋਈ ਫਾਰਮਰ, ਪਿਗ ਫਾਰਮਰ ਕੋਈ ਸਿੰਪਟਮ ਆਬਜ਼ਰਵ ਕਰਦਾ ਹੈ, ਉਹਨੂੰ 2-3 ਚੀਜ਼ਾਂ ਦਾ ਮੇਨ ਧਿਆਨ ਰੱਖਣਾ ਪਏਗਾ ਵੀ ਸੂਰਾਂ ਦੇ ਵਿੱਚ ਬੁਖਾਰ ਤੇ ਨਹੀਂ ਆਇਆ ਜਾਂ ਕਾਫੀ ਸੂਰਾਂ ਦੇ ਵਿੱਚ ਜਿਹੜੀ ਇਹ ਹੈਮਰੇਜਿਸ ਹੋ ਜਾਂਦੀਆਂ ਜੀ, ਵੀ ਲਾਲ ਨਿਸ਼ਾਨ ਬਣ ਜਾਣਗੇ ਕੰਨਾਂ ਦੀ ਟਿਪਸ ਦੇ ਉੱਤੇ, ਅਬਡੋਮਨ ਦੇ ਉੱਤੇ, ਚੈਸਟ ਦੇ ਉੱਤੇ, ਲੱਤਾਂ ਦੇ ਉੱਤੇ, ਮਤਲਬ ਅੰਦਰ ਕੋਈ ਲਹੂ ਨਾੜੀਆਂ ਫਟਦੀਆਂ ਨੇ ਜੀ, ਜਿਵੇਂ ਹੈਮਰੇਜਿਕ ਫੀਵਰ ਇਹਨੂੰ ਕਹਿੰਦੇ ਨੇ, ਜਿਵੇਂ ਕਿ ਡੇਂਗੂ ਵਿੱਚ ਹੁੰਦਾ ਹੈ ਵੀ ਆਪਣੇ ਨਿਸ਼ਾਨ ਪੈ ਜਾਂਦੇ ਨੇ ਲਾਲ ਉਸੇ ਤਰ੍ਹਾਂ ਹੀ ਜੇ ਕਿਸਾਨ ਵੀਰ, ਪਸ਼ੂ ਪਾਲਕ ਵੀਰ ਇਹ ਨਿਸ਼ਾਨ ਨੋਟ ਕਰਨ ਤੇ ਉਸੇ ਵੇਲੇ ਹੀ ਜਿਹੜੇ ਪਸ਼ੂ ਪਾਲਣ ਵਿਭਾਗ ਹੈ ਉਹਦੇ ਡਾਕਟਰ ਦੇ ਨਾਲ ਕੰਟੈਕਟ ਕਰਨ ਜੀ। ਇਮੀਡੀਏਟਲੀ ਜਿਹੜੇ ਉੱਥੇ ਸੈਂਪਲ ਨੇ ਉੱਥੋਂ ਭਰਵਾਏ ਜਾਣਗੇ ਡਾਕਟਰ ਵੱਲੋਂ ਤੇ ਉਸ ਭੇਜੇ ਜਾਂਦੇ ਨੇ ਸਭ ਤੋਂ ਪਹਿਲੇ ਜਲੰਧਰ ਵਿੱਚ ਜਿਹੜੀ ਲੈਬ ਹੈ ਪਸ਼ੂ ਪਾਲਣ ਵਿਭਾਗ ਦੀ, ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬ ਜਲੰਧਰ ਵਿੱਚ ਜੀ। ਉੱਥੇ ਡਿਜ਼ੀਜ਼ ਟੈਸਟ ਹੁੰਦੀ ਹੈ। ਫਿਰ ਉਸ ਤੋਂ ਬਾਅਦ ਕਨਫਰਮੇਸ਼ਨ ਲਈ ਜਿਹੜੇ ਸੈਂਪਲ ਨੇ ਅੱਗੇ ਭੋਪਾਲ ਭੇਜੇ ਜਾਂਦੇ ਨੇ ਜੀ, ਜਿਹੜੀ ਕਿ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਉਰਿਟੀ ਐਨੀਮਲ ਡਿਜ਼ੀਜ਼ ਲੈਬੋਰੇਟਰੀ ਹੈ ਜੀ। ਜਦੋਂ ਉੱਥੋਂ ਕਨਫਰਮੇਸ਼ਨ ਹੋ ਜਾਂਦੀ ਹੈ ਡਿਜ਼ੀਜ਼ ਦੀ, ਦੈਨ ਜਿਹੜਾ ਭਾਰਤ ਦਾ ਨੈਸ਼ਨਲ ਐਕਸ਼ਨ ਪਲਾਨ ਹੈ ਉਹਦੀਆਂ ਗਾਈਡਲਾਈਨਸ ਜਿਹੜੀਆਂ ਉਹ ਉੱਥੇ ਇੰਪਲੀਮੈਂਟ ਕਰਨੀਆਂ ਪੈਂਦੀਆਂ ਉਸ ਏਰੀਆ ਦੇ ਵਿੱਚ ਵੀ ਜਿੱਥੇ ਐਪੀਸੈਂਟਰ, ਆਊਟਬ੍ਰੇਕ ਜਾਂ ਜਿੱਥੇ ਪਹਿਲਾ ਕੇਸ ਰਿਪੋਰਟ ਹੋਇਆ। ਡਾਕਟਰ ਜਸਵੀਰ ਬੇਦੀ ਜੀ, ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਲੱਛਣਾਂ ਦੀ ਪਛਾਣ ਕਰ ਲਈ, ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਅੱਗੇ ਆਪਾਂ ਵਧਣਾ ਹੈ ਜੀ, ਤੇ ਹੁਣ ਬਿਮਾਰੀ ਤੁਸੀਂ ਦੱਸਿਆ ਕਿ ਪੰਜਾਬ 'ਚ ਪ੍ਰਵੇਸ਼ ਕਰ ਚੁੱਕੀ। ਇੱਕ ਤੇ ਆ ਕਿ ਕਿਉਂਕਿ ਜ਼ਿਆਦਾ ਸਾਡਾ ਕਿਸਾਨ ਵੀਰ ਪਰੇਸ਼ਾਨ ਨਾ ਹੋਏ, ਕਿਹੜੇ ਖੇਤਰ ਆ ਜਿੱਥੇ ਬਿਮਾਰੀ ਇਹ ਪਾਈ ਗਈ ਆ ਤੇ ਉਹਦੇ ਤੋਂ ਬਾਅਦ ਸਰਕਾਰ ਨੇ ਬਚਾਅ ਸੰਬੰਧੀ ਜਿਹੜੇ ਆ
ਉਹ ਵੀ ਨਿਯਮ ਤਿਆਰ ਕੀਤੇ ਹੁੰਦੇ ਹੋਣਗੇ, ਉਹ ਕੀ ਲਾਗੂ ਕੀਤੇ ਗਏ ਨੇ? ਹਰਪ੍ਰੀਤ ਜੀ, ਹਲੇ ਤੱਕ 2 ਡਿਸਟ੍ਰਿਕਟ ਦੇ ਵਿੱਚ ਬਿਮਾਰੀ ਪਾਈ ਗਈ ਹੈ। ਜਿਵੇਂ ਮੈਂ ਪਹਿਲੇ ਗਿਆ, 4 ਪਿੰਡ ਨੇ ਪਟਿਆਲੇ ਦੇ ਜੀ, ਬਿਲਾਸਪੁਰ, ਬੰਦੂਗੜ੍ਹ, ਮਜੋਲ ਖੁਰਦ ਹੈ ਇੱਕ, ਤੇ ਇੱਕ ਸਨੌਰੀ ਹੈ ਜੀ। ਉਹਨਾਂ 4ਾਂ 'ਚ ਕੇਸ ਜਿਹੜੇ ਉਹ ਕਨਫਰਮ ਹੋ ਗਏ ਨੇ ਤੇ 27 ਤਰੀਕ ਨੂੰ ਜਿਹੜੀ ਇੱਕ ਹੋਰ ਕਨਫਰਮੇਸ਼ਨ ਆਈ ਹੈ ਮੰਡੋਫਾਲ ਵਿਲੇਜ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਉਹਦੇ ਵਿੱਚ ਵੀ ਡਿਜ਼ੀਜ਼ ਦੀ ਕਨਫਰਮੇਸ਼ਨ ਹੋ ਗਈ ਹੈ ਜੀ। ਹੁਣ ਜਦੋਂ ਡਿਜ਼ੀਜ਼ ਦੀ ਕਨਫਰਮੇਸ਼ਨ ਹੋ ਗਈ ਕਿਸੇ ਇੱਕ ਪੁਆਇੰਟ ਤੇ, ਤਾਂ ਨਿਯਮ ਜਿਹੜੇ ਲਾਗੂ ਹੋ ਜਾਣਗੇ ਉਹ ਨੈਸ਼ਨਲ ਐਕਸ਼ਨ ਪਲਾਨ ਦੇ ਨਿਯਮ ਉੱਥੇ ਲਾਗੂ ਹੋ ਜਾਂਦੇ ਨੇ ਜੀ। ਵੀ ਜਿੱਥੇ ਇੱਕ ਬਿਮਾਰੀ ਪਾਈ ਗਈ ਹੈ ਉਹਦੇ ਆਲੇ ਦੁਆਲੇ ਦਾ 1 ਕਿਲੋਮੀਟਰ ਦਾ ਏਰੀਆ ਜਿਹੜਾ ਹੈ ਉਹਨੂੰ ਇਨਫੈਕਟਡ ਜ਼ੋਨ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਠੀਕ ਹੈ। ਉਸ ਪੁਆਇੰਟ ਤੋਂ ਲੈ ਕੇ ਅੱਗੇ 10 ਕਿਲੋਮੀਟਰ ਤੱਕ, ਮਤਲਬ ਇਨਫੈਕਟਡ ਜ਼ੋਨ ਤੋਂ 9 ਕਿਲੋਮੀਟਰ ਤੱਕ ਸਰਵੇਲੈਂਸ ਜ਼ੋਨ ਬਣ ਜਾਂਦੀ ਹੈ ਜੀ, ਤੇ ਉਸ ਤੋਂ ਬਾਹਰ ਵਾਲਾ ਜਿਹੜਾ ਏਰੀਆ ਉਹ ਫ੍ਰੀ ਜ਼ੋਨ ਬਣ ਜਾਂਦਾ ਹੈ। ਠੀਕ ਹੈ ਜੀ। ਹੁਣ ਜਿਹੜੀ ਇਨਫੈਕਟਡ ਜ਼ੋਨ ਬਣ ਗਈ ਹੈ ਜਿੱਥੇ ਕੇਸ ਆਇਆ ਹੈ, ਹਾਂਜੀ, ਉੱਥੇ ਮੇਨ ਜਿਹੜਾ ਪਲਾਨ ਹੈ ਉਹਦਾ ਆਬਜੈਕਟਿਵ ਇਹ ਹੁੰਦਾ ਹੈ ਵੀ ਬਿਮਾਰੀ ਨੂੰ ਉੱਥੇ ਹੀ ਜਲਦੀ ਤੋਂ ਜਲਦੀ ਖਤਮ ਕਰੀਏ ਜੀ, ਤੇ ਉਹਦਾ ਅੱਗੇ ਸਪਰੈਡ ਹੋਣ ਨਾ ਦਈਏ ਜੀ। ਠੀਕ ਹੈ। ਫਿਰ ਉਹ ਜਿੱਥੇ ਬਿਮਾਰੀ ਆਈ ਹੈ ਉੱਥੇ ਪ੍ਰੋਵੀਜ਼ਨ ਦੇ ਮੁਤਾਬਕ ਜਿਹੜੇ ਵੀ ਸੂਅਰ ਹੋਣਗੇ ਉਹਨਾਂ ਦੀ ਕਲਿੰਗ ਕਰਨੀ ਪਏਗੀ, ਹਿਊਮੇਨ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਮਤਲਬ ਮਾਰਨਾ ਪਏਗਾ ਤਾਂ ਕਿ ਬਿਮਾਰੀ ਜਿਹੜੀ ਹੈ ਉਸ ਜਗ੍ਹਾ ਤੋਂ ਬਾਹਰ ਨਾ ਫੈਲੇ ਜੀ। 2-3 ਮੈਥਡ ਨੇ ਜਿਹੜੇ ਕਿ ਅਪਣਾਉਣੇ ਪੈਂਦੇ ਨੇ, ਜਿਵੇਂ ਸੂਰਾਂ ਦੇ ਵਿੱਚ ਕਰੰਟ ਲਾ ਕੇ ਕੀਤਾ ਜਾਂਦਾ ਹੈ ਜੀ, ਜਾਂ ਬੋਲਟ ਮਾਰੀ ਜਾਂਦੀ ਹੈ ਪਿਸਟਲ ਦੇ ਨਾਲ, ਉਹਦੇ ਨਾਲ ਵੀ ਸਟਨਿੰਗ ਕੀਤੀ ਜਾਂਦੀ ਹੈ, ਜਾਂ ਜੇ ਛੋਟੇ ਨੇ ਸੂਅਰ ਤੇ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਉਹਦੇ ਨਾਲ ਵੀ ਮੂਰਛਿਤ ਕਰਕੇ ਉਹਨਾਂ ਨੂੰ ਕਰਨਾ ਪੈਂਦਾ ਹੈ। ਤੇ ਉਹਨਾਂ ਦੀ ਜਿਹੜੀ ਪ੍ਰੋਪਰ ਡਿਸਪੋਜ਼ਲ ਹੈ ਮਰਨ ਤੋਂ ਬਾਅਦ ਉਹ ਬੜੀ ਜ਼ਰੂਰੀ ਹੈ ਤਾਂ ਕਿ ਬਿਮਾਰੀ ਕਿਤੇ ਬਾਹਰ ਨਾ ਫੈਲ ਸਕੇ। ਇਸ ਲਈ ਜਿਹੜੇ ਨਿਰਧਾਰਿਤ ਮਾਪਦੰਡ ਨੇ ਉਹ ਇਹੋ ਹੀ ਕਹਿੰਦੇ ਨੇ ਵੀ ਜਿੱਥੇ ਸੂਰਾਂ ਦੇ ਵਿੱਚ ਇਹ ਡਿਜ਼ੀਜ਼ ਆਈ ਹੈ, ਬਿਮਾਰੀ ਆਈ ਹੈ, ਉਸ ਫਾਰਮ ਦੇ ਉੱਤੇ ਹੀ ਇੱਕ ਟੋਇਆ ਪੱਟ ਕੇ ਤਕਰੀਬਨ 8 ਤੋਂ 10 ਫੁੱਟ ਡੂੰਘਾ ਟੋਇਆ ਹੋਣਾ ਚਾਹੀਦਾ ਜੇ ਡਿਪੈਂਡਿੰਗ ਅਪਨ ਵੀ ਨੰਬਰ ਆਫ ਸੂਅਰ ਜਿਨ੍ਹਾਂ ਦੀ ਆਪਾਂ ਦੱਬਣਾ ਕਿੰਨਾ ਉਸ ਸਾਈਜ਼ ਦਾ ਫਿਰ ਆਕਾਰ ਬਣੇਗਾ। ਉਹਦੇ ਵਿੱਚ ਫਿਰ ਆਪਾਂ ਨੂੰ ਸੂਰਾਂ ਨੂੰ ਦੱਬਣਾ ਪਏਗਾ, ਉਹਦੇ ਉੱਤੇ ਲਾਈਮ ਪਾਣੀ ਪਏਗੀ, ਚੂਨਾ ਪਾਣਾ ਪਏਗਾ ਤੇ ਉਸ ਤੋਂ ਬਾਅਦ ਉਹਦੇ ਤੇ 4 ਤੋਂ 5 ਫੁੱਟ ਜਿਹੜੀ ਉਹ ਮਿੱਟੀ ਪੈਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਉਸ ਦੇ ਉੱਤੇ ਫਿਰ ਆਪਾਂ ਚੂਨਾ ਜਾਂ ਖਲੇਰ ਦੇਣਾ ਤੇ ਉਸ ਤੋਂ ਬਾਅਦ ਇਹ ਧਿਆਨ ਰੱਖਣਾ ਆਪਾਂ ਕੁਝ ਦਿਨਾਂ ਵਾਸਤੇ ਵਿਜੀਲੈਂਟ ਲੈਣਾ ਹੈ ਵੀ ਕੋਈ ਉਸ ਤੋਂ ਕੋਈ ਆਪਾਂ ਨੂੰ ਕੋਈ ਪਾਲ ਜਿਹੜੇ ਕੁੱਤੇ ਨੇ ਅਵਾਰਾ ਜਾਂ ਇੱਲਾਂ ਨੇ ਜਾਂ ਕੋਈ ਚੀਲ ਨੇ ਉਹ ਆ ਕੇ ਉੱਥੋਂ ਜਿਹੜਾ ਉਹ ਖਦੇੜ ਨਾ ਸਕਣ, ਤਾਂ ਕਿ ਜੇ ਇੱਕ ਵਾਰੀ ਬਾਹਰ ਆ ਗਿਆ ਤਾਂ ਫਿਰ ਬਿਮਾਰੀ ਫੈਲਣ ਦੇ ਰਿਸਕ ਜਿਹੜੇ ਉਹ ਵੱਧ ਜਾਂਦੇ ਨੇ। ਯਾਨੀ ਕਿ ਮਿੱਟੀ ਇੰਨੀ ਦੱਬ ਕੇ ਉਸ ਤੋਂ ਬਾਅਦ ਕੋਈ ਕੰਡਿਆਂ ਵਾਲੇ ਛਾਪੇ ਵੀ ਪਾ ਲੈਣੇ ਚਾਹੀਦੇ ਆ ਤਾਂ ਕਿ ਉੱਥੇ ਕੋਈ ਅਵਾਰਾ ਕੁੱਤਾ ਜਾਂ ਖੋਦ ਨਾ ਜਾਏ ਨਾ। ਹੁਣ ਜਸਵੀਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਿਮਾਰੀ ਆ ਗਈ, ਜਾਨਵਰ ਤੋਂ ਪ੍ਰਭਾਵਿਤ ਹੋ ਗਿਆ, ਇਹਦਾ ਮਤਲਬ ਜੇ ਆਪਾਂ ਨੂੰ ਖਤਮ ਕਰ ਰਹੇ ਹਾਂ ਤੇ ਉਹਦੇ ਵਿੱਚ ਵਾਇਰਸ ਆ ਤੇ ਉਹਦਾ ਜਿਹੜਾ ਮਾਸ ਵੀ ਜਿਹੜਾ ਉਹ ਪ੍ਰਯੋਗ ਦੇ ਲਾਇਕ ਨਹੀਂ ਜਿਹੜਾ ਉਹ ਰਹੂਗਾ। ਤੇ ਹੁਣ ਇੱਥੇ ਤੁਸੀਂ ਕਿਉਂਕਿ ਸੈਂਟਰ ਫਾਰ ਵਨ ਹੈਲਥ ਦੇ ਵਿੱਚ ਜਿੱਥੇ ਗੱਲ ਕਰਦੇ ਜੇ ਪਸ਼ੂਆਂ ਦੀ, ਉੱਥੇ ਮਨੁੱਖੀ ਸਿਹਤ ਨੂੰ ਵੀ ਤੁਸੀਂ ਧਿਆਨ 'ਚ ਰੱਖਦੇ ਜੇ। ਹੁਣ ਮਨੁੱਖੀ ਸਿਹਤ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ। ਹੁਣ ਅਸੀਂ ਕਿਸ ਤਰੀਕੇ ਨਾਲ ਇੱਥੇ ਮਨੁੱਖੀ ਸਿਹਤ ਦੇ ਬਚਾਅ ਵਾਸਤੇ ਕੋਈ ਜਿਹੜੀਆਂ ਵਾ ਉਹ ਤੁਸੀਂ ਸਾਵਧਾਨੀਆਂ ਵਰਤਣ ਦੀ ਜਿਹੜੀ ਲੋੜ ਦੱਸਦੇ ਹੋ? ਹਰਪ੍ਰੀਤ ਜੀ, ਅਫਰੀਕਨ ਸਵਾਈਨ ਫੀਵਰ ਜਿਹੜੀ ਹੈ ਇਹ ਜੂਨੋਟਿਕ ਬਿਮਾਰੀ ਨਹੀਂ ਹੈ, ਮਤਲਬ ਕਿ ਇਹ ਬਿਮਾਰੀ ਜਿਹੜੀ ਪਸ਼ੂਆਂ ਤੋਂ ਮਨੁੱਖਾਂ ਤੱਕ ਨਹੀਂ ਫੈਲਦੀ ਜੀ। ਤੋ ਇਸ ਲਈ ਇਹ ਜੇ ਆਪਾਂ ਸੂਰਾਂ ਦੀ ਟ੍ਰੀਟਮੈਂਟ ਕਰ ਰਹੇ ਹਾਂ, ਦੇਖਭਾਲ ਕਰ ਰਹੇ ਹਾਂ, ਉਹਨਾਂ ਦੇ ਕੰਟੈਕਟ 'ਚ ਆ, ਤਾਂ ਵੀ ਇਹ ਬਿਮਾਰੀ ਜਿਹੜੀ ਇਹ ਮਨੁੱਖ ਤੱਕ ਨਹੀਂ ਪਹੁੰਚਦੀ ਜੀ। ਇਸ ਤੋਂ ਇਲਾਵਾ ਪੋਰਕ ਜਿਹੜਾ ਸੂਰ ਦਾ ਮੀਟ ਹੈ ਉਹ ਵੀ ਖਾਣ ਦੇ ਨਾਲ ਇਹ ਬਿਮਾਰੀ ਜਿਹੜੀ ਇਹ ਨਹੀਂ ਹੁੰਦੀ ਜੀ, ਬਟ ਫਿਰ ਵੀ ਹਦਾਇਤਾਂ ਇਹ ਜਾਰੀ ਕੀਤੀਆਂ ਜਾਂਦੀਆਂ ਨੇ ਵੀ ਪ੍ਰੋਪਰ ਕੁਕਿੰਗ ਕਰਕੇ ਜਿਹੜਾ ਉਹ ਮੀਟ ਖਾਧਾ ਜਾਵੇ। ਪਰ ਜਿਹੜਾ ਇਨਫੈਕਟਡ ਜ਼ੋਨ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ 1 ਕਿਲੋਮੀਟਰ ਦਾ ਏਰੀਆ ਜੀ, ਉਹਦੇ ਵਿੱਚ ਜਿਹੜੀ ਸੂਅਰ ਦਾ ਮੀਟ ਪੈਦਾ ਹੋਏਗਾ ਉਹਨੂੰ ਖਾਣ ਵਾਸਤੇ ਜਾਂ ਦੁਕਾਨਾਂ ਉੱਤੇ ਵੇਚਣ ਲਈ ਵਰਤਨ ਦੀ ਮਨਾਹੀ ਹੈ ਵੀ ਉਹ ਤੁਸੀਂ ਡਿਸਕਾਰਡ ਹੀ ਕਰਨਾ ਹੈ, ਉਹ ਮੀਟ ਨਹੀਂ ਆਪਾਂ ਖਾ ਸਕਦੇ। ਬਾਕੀ ਜੇ ਫ੍ਰੀ ਜ਼ੋਨ 'ਚ ਜਿਹੜੀਆਂ ਦੁਕਾਨਾਂ ਨੇ ਉਹ ਨਾਰਮਲ ਉਵੇਂ ਚੱਲਣੀਆਂ ਚਾਹੀਦੀਆਂ, ਉਹ ਚੱਲਦੀਆਂ ਵੀ ਰਹਿੰਦੀਆਂ, ਤਾਂ ਮੀਟ ਆਪਾਂ ਕੰਜ਼ਿਊਮ ਕਰ ਸਕਦੇ ਹਾਂ ਪੋਰਕ ਦਾ, ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਡਾਕਟਰ ਜਸਵੀਰ ਬੇਦੀ ਜੀ, ਹੁਣ ਇੱਥੋਂ ਇੱਕ ਨਵਾਂ ਸਵਾਲ ਮੇਰੇ ਦਿਮਾਗ ਦੇ ਵਿੱਚ ਆਉਂਦਾ ਹੈ। ਵੇਖੋ, ਜਦੋਂ ਵੀ ਕਦੀ ਕੋਈ ਇਹੋ ਜਿਹੀ ਵਬਾ ਫੈਲਦੀ ਆ ਜੀ, ਤਾਂ ਉਸ ਖੇਤਰ ਦੀ ਤੇ ਤੁਸੀਂ ਗੱਲ ਕਰ ਲਈ ਕਿ ਆਪਾਂ 10 ਕਿਲੋਮੀਟਰ ਤੱਕ ਜਿਹੜਾ ਵਾ ਉਹ ਬਚਾਅ ਕਰ ਲਿਆ, ਪਰ ਨਾਲ ਦੇ ਨਾਲ ਇਹ ਹੁੰਦਾ ਵੀ ਸਾਡਾ ਕਿਸਾਨ ਵੀਰ ਲਗਭਗ ਉਸ ਸਾਰੇ ਸੂਬੇ ਦੇ ਵਿੱਚ ਵਿਚਾਰਾ ਜਿਹੜਾ ਉਹ ਮਾਰਿਆ ਜਾਂਦਾ ਹੈ ਕਿ ਉਹਦਾ ਕੰਮ ਬੰਦ ਹੋ ਜਾਂਦਾ ਹੈ, ਉਹਦੇ ਭਾਅ ਘਟ ਜਾਂਦੇ ਆ। ਉਸ ਪੱਖੋਂ ਸਾਡਾ ਜਿਹੜਾ ਉਪਭੋਗੀ ਆ
ਉਹਨੂੰ ਅਸੀਂ ਜਾਗਰੂਕਤਾ ਵਾਸਤੇ ਕੀ ਕੁਝ ਦੱਸ ਸਕਦੇ ਹਾਂ? ਕਿਉਂਕਿ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਵੀ ਅਸੀਂ ਪਤੀਲੇ 'ਚ ਸੀਟੀਆਂ ਕੁੱਕਰ 'ਚ ਮਰਵਾ ਕੇ ਕਰਦੇ ਹਾਂ, ਕੋਈ ਉਹਦੇ ਨਾਲ ਵੀ ਕੋਈ ਫਰਕ ਪੈਂਦਾ ਹੋਊਗਾ, ਜਾਂ ਇਹ ਕਿਹੜੇ ਤਰੀਕੇ ਆ ਜਿਵੇਂ ਉਹਦੇ ਨਾਲ ਵੀ ਸੂਰ ਉਦਯੋਗ ਨਾਲ ਜਿਹੜੇ ਜੁੜੇ ਸਾਡੇ ਕਿਸਾਨ ਉਹ ਪ੍ਰਭਾਵਿਤ ਨਾ ਹੋਣ? ਹਰਪ੍ਰੀਤ ਜੀ, ਇਹ ਬੜਾ ਵਧੀਆ ਕੁਐਸਚਨ ਹੈ ਤੇ ਮੇਨ ਇਹਦੇ ਤੇ ਜਿਹੜਾ ਧਿਆਨ ਵੀ ਦਿੱਤਾ ਜਾ ਰਿਹਾ ਬਹੁਤ ਜ਼ਿਆਦਾ, ਕਿਉਂਕਿ ਜਿੱਥੇ ਇੱਕ ਵਾਰੀ ਬਿਮਾਰੀ ਆ ਗਈ ਤਾਂ ਉਹਦਾ ਪ੍ਰਭਾਵ ਜਿਹੜਾ ਸਾਰੇ ਸੂਬੇ ਤੇ ਪੈ ਜਾਂਦਾ ਹੈ। ਪਰ ਇੱਥੇ ਵਿਚਾਰਨਯੋਗ ਗੱਲ ਇਹ ਹੈ ਵੀ ਸਿਰਫ 1 ਕਿਲੋਮੀਟਰ ਦੇ ਅੰਦਰ ਹੀ ਜ਼ਿਆਦਾ ਰਿਸਕ ਹੁੰਦਾ ਹੈ, ਉਸ ਤੋਂ ਬਾਅਦ ਸਰਵੇਲੈਂਸ ਜ਼ੋਨ ਦੇ ਵਿੱਚ ਸੈਂਪਲ ਟੈਸਟਿੰਗ ਹੁੰਦੀ ਰਹਿੰਦੀ ਹੈ ਤੇ ਵਿਜੀਲੈਂਟ ਰਹਿੰਦੀ ਹੈ ਵੀ ਕੋਈ ਉੱਥੇ ਹੋਰ ਇਹ ਬਿਮਾਰੀ ਤੇ ਨਹੀਂ ਆ ਰਹੀ। ਉਸ ਤੋਂ ਬਾਹਰ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਵੀ ਥੋੜਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਜਿਹੜਾ ਕਿ ਮੈਂ ਤੁਹਾਨੂੰ ਦੱਸਦਾ 5-6 ਤਰੀਕਿਆਂ 'ਚ ਵੰਡਿਆ ਹੁੰਦਾ ਹੈ ਵੀ ਸਭ ਤੋਂ ਪਹਿਲੇ ਫਾਰਮਰਸ ਨੂੰ ਅਵੇਅਰ ਕਰਨਾ ਬੜਾ ਜ਼ਰੂਰੀ ਹੈ। ਜਿਵੇਂ ਕਿ ਆਪਾਂ ਕਈ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਹਾਂ, ਆਪਾਂ ਪੈਂਫਲੇਟ ਛਾਪ ਰਹੇ ਹਾਂ, ਆਪਾਂ ਪੈਨਲ ਡਿਸਕਸ਼ਨਸ ਕਰ ਰਹੇ ਹਾਂ, ਆਪਾਂ ਟੀਵੀ ਤੇ ਪ੍ਰੋਗਰਾਮ ਦੇ ਰਹੇ ਹਾਂ ਵੀ ਫਾਰਮਰ ਨੂੰ ਬਿਮਾਰੀ ਦੇ ਸਿੰਪਟਮ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੇ ਸਿੰਪਟਮ ਆ ਸਕਦੇ ਨੇ, ਤੇ ਉਹਨੂੰ ਧਿਆਨ ਰੱਖਣਾ ਪਏਗਾ ਵੀ ਜੇ ਮੇਰੇ ਸਿੰਪਟਮ ਆਇਆ ਤਾਂ ਮੈਂ ਇਮੀਡੀਏਟਲੀ ਕੀ ਕਰਨਾ ਹੈ। ਇਮੀਡੀਏਟਲੀ ਉਹਨੇ ਡਾਕਟਰ ਨੂੰ ਕੰਟੈਕਟ ਕਰਨਾ ਹੈ। ਦੂਜਾ, ਸੂਟ ਫਾਰਮ ਦੇ ਵਿੱਚ ਜਿਹੜੀ ਸਵਿਲ ਫੀਡਿੰਗ ਹੈ, ਜਿਹੜਾ ਕਿ ਆਪਾਂ ਕਹਿ ਦਿੰਦੇ ਹਾਂ ਕਿਚਨ ਵੇਸਟ ਹੈ ਜਾਂ ਹੋਟਲ ਵੇਸਟ, ਉਹ ਦਿੱਤਾ ਜਾਂਦਾ ਹੈ ਤੇ ਕੋਸ਼ਿਸ਼ ਇਹ ਕਰਨੀ ਹੈ ਵੀ ਉਹ ਜਿਹੜਾ ਵੇਸਟ ਹੈ ਉਹਨੂੰ ਘੱਟੋ ਘੱਟ 30 ਮਿੰਟ ਲਈ ਪਕਾਇਆ ਜਾਏ ਤੇ ਟੈਂਪਰੇਚਰ ਉਹਦਾ ਘੱਟੋ ਘੱਟ 70 ਡਿਗਰੀ ਹੋਣਾ ਚਾਹੀਦਾ। ਠੀਕ ਹੈ ਜੀ। 70 ਡਿਗਰੀ ਤੋਂ ਉੱਤੇ 30 ਮਿੰਟ ਲਈ ਆਪਾਂ ਉਹਨਾਂ ਨੂੰ ਪਕਾਉਣਾ ਹੈ। ਠੀਕ ਹੈ ਜੀ। ਫਿਰ ਇਹ ਵਾਇਰਸ, ਕਿਉਂਕਿ ਵਾਇਰਸ ਬੜਾ ਰੈਜ਼ਿਸਟੈਂਟ ਹੈ, ਛੇਤੀ ਮਰਦਾ ਨਹੀਂ। ਠੀਕ ਹੈ ਜੀ। ਠੀਕ ਹੈ। ਤੀਜੀ ਗੱਲ ਜਿਹੜੀ ਧਿਆਨ ਰੱਖਣ ਦੀ ਹੈ ਵੀ ਤੁਹਾਡੇ ਫਾਰਮ ਦੇ ਸੂਰਾਂ ਦਾ ਬਾਹਰ ਦੇ ਸੂਰਾਂ ਦੇ ਨਾਲ ਜਿਹੜੇ ਫੈਰਲ ਬਾਹਰ ਫਿਰਦੇ ਨੇ ਜਾਂ ਜੰਗਲੀ ਸੂਰ ਨੇ, ਉਹਨਾਂ ਦੇ ਨਾਲ ਕੰਟੈਕਟ ਤੁਸੀਂ ਬਚਾਉਣਾ ਜੀ। ਉਹ ਭਾਵੇਂ ਫੈਂਸਿੰਗ ਕਰ ਲਈਏ ਆਪਾਂ ਲੱਕੜ ਦੀ ਜਾਂ ਕੋਈ ਵਾੜ ਲਾ ਲਈਏ ਤਾਂ ਕਿ ਉਹਨਾਂ ਦੇ ਵਿੱਚ ਆਪਸ 'ਚ ਕੰਟੈਕਟ ਜਿਹੜਾ ਉਹ ਬਚ ਜੇ ਜੀ। ਚੌਥਾ ਪੁਆਇੰਟ ਹੁੰਦਾ ਹੈ ਵੀ ਤੁਸੀਂ ਜਿਹੜੇ ਅਨਵਾਂਟਡ ਜਾਂ ਅਨਆਥੋਰਾਈਜ਼ਡ ਵਿਜ਼ਿਟਰ ਨੇ ਜੀ, ਉਹ ਤੁਹਾਡੇ ਫਾਰਮ ਤੇ ਨਾ ਆਣ। ਐਵੇਂ ਬਗਾਨੇ ਬੰਦੇ ਨਹੀਂ ਵੀ ਜਿਹੜਾ ਮਰਜ਼ੀ ਆ ਜੇ, ਹਾਂਜੀ, ਕਿਉਂਕਿ ਉਹ ਹੋ ਸਕਦਾ ਪਹਿਲੇ ਕਿਤੇ ਹੋਰ ਗਿਆ ਹੋਏ ਤੇ ਤੁਹਾਡੇ ਫਾਰਮ ਤੇ ਬਿਮਾਰੀ ਲੈ ਆਵੇ। ਜੀ ਜੀ ਜੀ। ਉਸ ਤੋਂ ਇਲਾਵਾ ਜਦੋਂ ਤੁਸੀਂ ਇਹ ਫਾਰਮ ਦੇ ਵਿੱਚ ਐਂਟਰ ਕਰਨਾ ਹੈ ਜਾਂ ਤੁਹਾਡੇ ਵਰਕਰਸ ਨੇ ਐਂਟਰ ਕਰਨਾ ਹੈ ਤੇ ਕੋਸ਼ਿਸ਼ ਇਹ ਕਰਨੀ ਵੀ ਜਿਹੜੇ ਬੂਟ ਪਾਏ ਨੇ ਉਹਨਾਂ ਤੇ ਸ਼ੂ ਕਵਰ ਪਾ ਲਈਏ ਆਪਾਂ, ਜਾਂ ਉਹਨਾਂ ਨੂੰ ਡਿਸਇਨਫੈਕਟ ਕਰ ਲਈਏ। ਡਿਸਇਨਫੈਕਸ਼ਨ ਵਾਸਤੇ ਕਾਸਟਿਕ ਸੋਡਾ ਤੇ ਬਲੀਚਿੰਗ ਪਾਊਡਰ ਜਿਹੜਾ ਯੂਜ਼ ਕੀਤਾ ਜਾਂਦਾ ਹੈ ਆਮ ਤੌਰ ਤੇ ਜੇ ਆਪਾਂ ਨਵੇਂ ਸੂਰ ਖਰੀਦਣੇ ਨੇ ਜੀ, ਜਿਵੇਂ ਮੰਨ ਲਓ ਫ੍ਰੀ ਜ਼ੋਨ 'ਚ ਆਪਾਂ ਨਵੇਂ ਸੂਰ ਲੈ ਕੇ ਆਣੇ ਨੇ, ਆਪਣੇ ਪੁਰਾਣੇ ਖਤਮ ਹੋ ਗਏ, ਤਾਂ ਘੱਟੋ ਘੱਟ 30 ਦਿਨ ਵਾਸਤੇ ਉਹ ਜਿਹੜੇ ਨਵੇਂ ਸੂਰ ਖਰੀਦੇ ਨੇ ਉਹਨਾਂ ਨੂੰ ਪੁਰਾਣੇ ਸੂਰਾਂ ਦੇ ਨਾਲ ਮਿਕਸ ਨਹੀਂ ਕਰਨਾ। ਇਹਨੂੰ ਕੁਆਰੰਟਾਈਨ ਕਹਿੰਦੇ ਨੇ ਵੀ 30 ਦਿਨ ਵਾਸਤੇ ਆਪਣੇ ਨਵੇਂ ਸੂਰਾਂ ਨੂੰ ਉਹਨਾਂ ਦੇ ਵਿੱਚ ਨਹੀਂ ਪਾਣਾ ਜੀ ਜੀ। ਇਸ ਤੋਂ ਇਲਾਵਾ ਗਵਰਨਮੈਂਟ ਨੇ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ, ਮੂਵਮੈਂਟ ਰਿਸਟ੍ਰਿਕਸ਼ਨਸ ਕੀਤੀਆਂ ਜਾ ਰਹੀਆਂ ਨੇ ਵੀ ਤਾਂ ਕਿ ਇਲੀਗਲ ਟਰਾਂਸਪੋਰਟੇਸ਼ਨ ਜਿਹੜੀ ਮੀਟ ਦੀ ਜਾਂ ਸੂਰਾਂ ਦੀ ਉਹਨੂੰ ਬਚਾਇਆ ਜਾ ਸਕੇ। ਕਹਿੰਦੇ ਆ ਇਲਾਜ ਨਾਲੋਂ ਇਹਤਿਆਤ ਚੰਗਾ। ਜਿਵੇਂ ਡਾਕਟਰ ਸਾਹਿਬ ਨੇ ਕਈ ਵਿਗਿਆਨਕ ਵਿਧੀਆਂ ਦੱਸੀਆਂ ਹੈ, ਕਈ ਵਿਗਿਆਨਕ ਤਰੀਕੇ ਦੱਸੇ ਆ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਆ ਕਿ ਉਹਦੇ ਨਾਲ ਅਸੀਂ ਆਪਣੇ ਬਿਮਾਰੀ ਜਿਹੜੀ ਆ ਫਾਰਮ ਤੇ ਪ੍ਰਵੇਸ਼ ਕਰਨ ਤੋਂ ਬਚਾ ਸਕਦੇ ਆ। ਤੇ ਖੁਦਾ ਨਾ ਖਾਸਤਾ ਜੇ ਕੋਈ ਕਿਸੇ ਤਰੀਕੇ ਨਾਲ ਜਿਹੜਾ ਪ੍ਰਭਾਵਿਤ ਤੁਹਾਡੇ ਕੋਲ ਆਉਂਦਾ ਵੀ ਆ, ਕੋਈ ਵਾਇਰਸ ਤੁਹਾਡੇ ਕੋਲ ਪਹੁੰਚਦਾ, ਤੇ ਜੇ ਅਸੀਂ ਇਹੋ ਜਿਹੀਆਂ ਜਿਹੜੀ ਜੈਵਿਕ ਸੁਰੱਖਿਆ ਜਿਹੜੀ ਬਾਇਓ ਸਿਕਿਉਰਿਟੀ ਜਿਹਨੂੰ ਕਹਿ ਕੇ ਚੱਲਦੇ ਆ, ਜੇ ਉਹ ਸਾਰੇ ਅਸੀਂ ਪ੍ਰਬੰਧ ਕੀਤੇ ਹੋਣ ਤਾਂ ਵੀ ਅਸੀਂ ਕਈ ਤਰੀਕੇ ਨਾਲ ਜਿਹੜਾ ਵਾ ਇਸ ਬਿਮਾਰੀ ਤੋਂ ਜਿਹੜਾ ਬਚ ਸਕਦੇ ਆ। ਹੁਣ ਡਾਕਟਰ ਸਾਹਿਬ ਗੱਲ ਆ ਜਾਂਦੀ ਆ ਕਿ ਬਿਮਾਰੀ ਦਾ ਜਿਵੇਂ ਤੁਸੀਂ ਦੱਸਿਆ ਕਿ ਇਸ ਤਰੀਕੇ ਨਾਲ ਵੀ ਉਹ ਮੁੱਖ ਤੌਰ ਤੇ ਉਸ ਸਾਰੇ ਜਿਹੜੇ ਜ਼ੋਨ ਨੂੰ, ਖੇਤਰ ਨੂੰ ਜਿਹੜਾ ਵਾ ਉਹ ਵੱਖਰਿਆਂ ਕਰ ਦਿੱਤਾ ਜਾਂਦਾ ਹੈ ਜੀ। ਕੀ ਬਿਮਾਰੀ ਦਾ ਕੋਈ ਇਲਾਜ, ਕੋਈ ਟੀਕਾ ਜਾਂ ਕੋਈ ਇਹੋ ਜਿਹਾ ਪ੍ਰਭਾਵੀ ਢੰਗ ਵੀ ਜਿਹੜਾ ਹੈਗਾ ਜਿਹਦੇ ਨਾਲ ਆਪਾਂ ਬਚਾਅ ਕਰ ਸਕਦੇ ਹਾਂ? ਹਰਪ੍ਰੀਤ ਜੀ, ਬਿਮਾਰੀ ਤੋਂ ਬਚਾਉਣ ਵਾਸਤੇ ਹਾਲੇ ਤੱਕ ਕੋਈ ਟੀਕਾ ਉਪਲਬਧ ਨਹੀਂ ਹੈ ਜੀ, ਤੇ ਨਾ ਹੀ ਕੋਈ ਇਸ ਵਾਇਰਸ ਬਿਮਾਰੀ ਦਾ ਕੋਈ ਇਲਾਜ ਹੁੰਦਾ ਹੈ ਜੀ। ਤੋ ਇਸ ਲਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਕਿ ਕਾਫੀ ਨੁਕਸਾਨ ਵੀ ਕਰਦੀਆਂ ਨੇ ਤੇ ਆਰਥਿਕ ਮੰਦੀ ਵੀ ਕਰਦੀਆਂ ਨੇ, ਉਹਨਾਂ ਵਾਸਤੇ ਜਿਵੇਂ ਤੁਸੀਂ ਕਿਹਾ ਹੈ ਵੀ ਬਾਇਓ ਸਿਕਿਉਰਿਟੀ ਜਾਂ ਪ੍ਰੀਵੈਂਸ਼ਨ ਐਂਡ ਕੰਟਰੋਲ ਹੀ ਆਪਾਂ ਕਰਕੇ ਇਹਨਾਂ ਤੋਂ ਰੋਕ ਸਕਦੇ ਹਾਂ। ਤੇ ਇਸ ਲਈ ਫਾਰਮਰਸ ਨੂੰ, ਪਿਗ ਫਾਰਮਰ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੈ ਵੀ ਕਿਹੜੇ ਬਾਇਓ ਸਿਕਿਉਰਿਟੀ ਦੇ ਮਈਅਰ ਲਾ ਕੇ, ਜਿਵੇਂ ਸਿੰਪਲ ਜੀ ਗੱਲ ਹੈ ਵੀ ਆਪਾਂ ਬਾਹਰ ਚੂਨਾ ਖਿਲਾਰ ਦਈਏ ਐਂਟਰ ਕਰਨ ਤੋਂ ਪਹਿਲੇ ਫਾਰਮ ਦੇ, ਤੇ ਜਿਹੜੇ ਕਿ ਜੰਗਲੀ ਸੂਰਾਂ ਦੇ ਨਾਲ ਆਪਣਾ ਕੰਟੈਕਟ ਨਾ ਹੋਣ ਦਈਏ ਜੀ। ਆਪਣੇ ਸੂਰਾਂ ਤੇ ਆਬਜ਼ਰਵੇਸ਼ਨ ਰੱਖੀਏ ਵੀ ਉਹਨਾਂ ਦੇ ਕੋਈ ਵਿੱਚ ਕੋਈ ਬਿਮਾਰੀ ਤਾਂ ਨਹੀਂ ਆ ਗਈ, ਜੇ ਆ ਗਈ ਤਾਂ ਉਹਦੀ ਪ੍ਰੋਪਰ ਜਾਂਚ ਕਰਾਈਏ ਤਾਂ ਕਿ ਆਪਾਂ ਆਪਣੇ ਫਾਰਮ ਨੂੰ ਵੀ ਬਚਾ ਸਕੀਏ ਤੇ ਬਿਮਾਰੀ ਨੂੰ ਫੈਲਣ ਤੋਂ ਵੀ ਆਪਾਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਹੁਣ ਇਹ ਗੱਲ ਆਉਂਦੀ ਕਿ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਇਸ ਖਿੱਤੇ 'ਚ ਪਸ਼ੂ ਭਲਾਈ ਕਾਰਜਾਂ ਲਈ ਜਿਹੜਾ ਇੱਕ ਵੱਡਾ ਯੋਗਦਾਨ ਪਾ ਰਹੀ ਹੈ, ਤੇ ਉਸ ਪੱਖੋਂ ਤੁਸੀਂ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਵਾਸਤੇ ਜਾਂ ਉਹਨਾਂ ਦੀ ਬਾਂਹ ਫੜਨ ਵਾਸਤੇ
ਕਿਹੋ ਜਿਹੇ ਉਪਰਾਲੇ ਜਿਹੜੇ ਕੀਤੇ ਹੁਣ ਤੱਕ ਕਿ ਉਹਨਾਂ ਨੂੰ ਕਿਵੇਂ ਆਪਾਂ ਜਿਹੜਾ ਚੇਤਨ ਕਰ ਸਕੀਏ ਜਾਂ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਸੂਝ ਦਿੱਤੀ ਜਾ ਸਕੇ ਕਿ ਆ ਬਿਮਾਰੀ ਆ ਗਈ ਆ, ਕਿਵੇਂ ਆਪਾਂ ਜਿਹੜਾ ਬਚਣਾ ਹੈ, ਕਿਸ ਤਰੀਕੇ ਨਾਲ, ਉਹੋ ਜਿਹੇ ਕਿਹੜੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ? ਉਸ ਵਾਸਤੇ ਹਰਪ੍ਰੀਤ ਜੀ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਜਿਹੜਾ ਗੜਵਾਸੂ ਯੂਨੀਵਰਸਿਟੀ ਦਾ, ਉਹ ਕਾਫੀ ਉਪਰਾਲੇ ਕਰ ਰਿਹਾ ਜਦੋਂ ਦੀ ਇਹ ਬਿਮਾਰੀ ਦੀ ਖਬਰ ਆਈ ਹੈ, ਈਵਨ ਨੇਬਰਿੰਗ ਸਟੇਟਸ ਵਿੱਚ ਵੀ ਜੀ। ਤੇ ਇਸ ਲਈ ਅਸੀਂ ਪੈਂਫਲੇਟ ਵੀ ਤਿਆਰ ਕੀਤੇ ਨੇ ਜਿਹੜੇ ਕਿ ਅਸੀਂ ਸੋਸ਼ਲ ਮੀਡੀਆ ਤੇ ਸਰਕੂਲੇਟ ਕੀਤੇ ਨੇ, ਵੰਡੇ ਵੀ ਨੇ ਕਿਸਾਨਾਂ ਵਿੱਚ ਜਾ ਕੇ ਜੀ। ਉਸ ਤੋਂ ਇਲਾਵਾ ਅਸੀਂ ਪਿੱਛੇ ਜੇ ਪੈਨਲ ਡਿਸਕਸ਼ਨ ਵੀ ਕੀਤੀ ਜਿੰਦੇ ਵਿੱਚ ਵੱਖ-ਵੱਖ ਮਾਹਿਰਾਂ ਨੇ ਹਿੱਸਾ ਲਿਆ ਜੀ ਵੀ ਬਿਮਾਰੀ ਦੇ ਬਾਰੇ ਦੱਸਣ ਲਈ, ਬਿਮਾਰੀ ਦਾ ਕੀ ਸਿੰਪਟਮ ਨੇ, ਸਟੇਟਸ ਹੈ, ਕੀ ਜੀਨੋਟਿਕ ਹੈ ਤੇ ਕਿਵੇਂ ਦੀ ਕਾਰਕਸ ਦੀ ਡਿਸਪੋਜ਼ਲ ਆਪਾਂ ਕਿਵੇਂ ਕਰਨੀ ਹੈ। ਆਪਾਂ ਅਫਰੀਕਨ ਸਵਾਈਨ ਫੀਵਰ ਦੀ ਜਿਹੜੀ ਗੱਲ ਕਰ ਰਹੇ ਹਾਂ, ਇੱਕ ਅਫਰੀਕਨ ਕੋਈ ਕਲਾਸੀਕਲ ਫੀਵਰ ਵੀ ਮੈਂ ਕਰੀ ਕਿਤੇ ਪੜ੍ਹਿਆ ਸੁਣਿਆ ਜਾਂ ਤੁਹਾਡੇ ਵਰਗੇ ਕਿਸੇ ਸੂਰਜ ਡਾਕਟਰ ਦੇ ਮੂੰਹੋਂ ਗੱਲ ਨਿਕਲੀ ਹੋਣੀ ਆ, ਇਹ ਤੇ ਕੋਈ ਇੱਕੋ ਚੀਜ਼ ਹੁੰਦੀ ਕਿ ਕੋਈ ਫਰਕ ਆਏ ਨੇ ਜੀ? ਨਹੀਂ ਹਰਪ੍ਰੀਤ ਜੀ, ਉਹ ਕਲਾਸੀਕਲ ਸਵਾਈਨ ਫੀਵਰ ਹੈ ਜਿਹਨੂੰ ਹੌਗ ਕਾਲਰਾ ਵੀ ਕਹਿੰਦੇ ਨੇ। ਅੱਛਾ ਜੀ। ਉਹ ਡਿਜ਼ੀਜ਼ ਜਿਹੜੀ ਉਹ ਵੀ ਵਾਇਰਸ ਕਾਰਨ ਹੁੰਦੀ ਹੈ। ਉਹ ਇੰਡੀਆ 'ਚ ਕਾਫੀ ਟਾਈਮ ਤੋਂ ਇੱਥੇ ਡਿਜ਼ੀਜ਼, ਜਿਵੇਂ ਇੰਡੀਆ ਕਹਿ ਲਈ ਆਪਾਂ ਐਂਡੈਮਿਕ ਵੀ ਉਹ ਬਿਮਾਰੀ ਪਿੱਛੇ ਜੀ, ਉਹਦੇ ਵੀ ਸਿੰਪਟਮ ਜਿਹੜੇ ਆ ਉਹ ਅਫਰੀਕਨ ਸਵਾਈਨ ਫੀਵਰ ਵਰਗੇ ਹੀ ਹੁੰਦੇ ਆ। ਅੱਛਾ ਜੀ। ਬਟ ਕਲਾਸੀਕਲ ਸਵਾਈਨ ਫੀਵਰ ਦੀ ਜਿਹੜੀ ਵੈਕਸੀਨੇਸ਼ਨ ਹੈ ਉਹ ਅਵੇਲੇਬਲ ਹੈ। ਅੱਛਾ ਤਾਂ ਕਿਸਾਨਾਂ ਨੂੰ, ਸੂਰ ਪਾਲਕਾਂ ਨੂੰ ਚਾਹੀਦਾ ਵੀ ਉਹ ਵੈਕਸੀਨੇਸ਼ਨ ਜਿਹੜੀ ਉਹ ਲਵਾ ਕੇ ਰੱਖਣ ਜੀ, ਤਾਂ ਕਿ ਉਹ ਬਿਮਾਰੀ ਜਿਹੜੀ ਹੈ ਸੂਰਾਂ ਨੂੰ ਇਫੈਕਟ ਨਾ ਕਰ ਸਕੇ। ਫਿਰ ਉਹਦੇ ਨਾਲ ਕਲਾਸੀਕਲ ਫੀਵਰ ਨਹੀਂ ਹੋਊਗਾ, ਪਰ ਸਵਾਈਨ ਫੀਵਰ ਵਾਲੀ ਅਲੱਗ ਹੈ, ਇਹ ਅਲੱਗ ਬਿਮਾਰੀ ਹੈ। ਅੱਛਾ ਜੀ। ਠੀਕ ਹੈ। ਇਹ ਪਹਿਲੀ ਵਾਰੀ ਮਤਲਬ ਪੰਜਾਬ 'ਚ ਤੁਸੀਂ ਕਹਿ ਲਓ ਦਸਤਕ ਦਿੱਤੀ ਹੈ ਜੀ। 2020 ਦੇ ਵਿੱਚ ਇਹ ਬਿਮਾਰੀ ਸਭ ਤੋਂ ਪਹਿਲੇ ਇੰਡੀਆ 'ਚ ਨੋਟਿਸ ਕੀਤੀ ਗਈ ਸੀ ਅਸਾਮ ਤੇ ਅਰੁਣਾਚਲ ਪ੍ਰਦੇਸ਼ ਵਿੱਚ। ਜੀ। ਤੇ ਉਦੋਂ ਉੱਥੇ ਕੰਟਰੋਲ ਕਰ ਲਈ ਗਈ, ਬਟ ਹੁਣ 2022 ਦੇ ਵਿੱਚ ਕਾਫੀ ਸਟੇਟਾਂ ਦੇ ਵਿੱਚ ਇਹਦੇ ਜਿਹੜੇ ਕੇਸ ਪਾਏ ਗਏ ਨੇ, ਜਿਵੇਂ ਅਸਾਮ 'ਚ, ਮੱਧ ਪ੍ਰਦੇਸ਼ 'ਚ, ਝਾਰਖੰਡ 'ਚ, ਕੇਰਲਾ 'ਚ, ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਇਹਦੀ ਰਿਪੋਰਟਿੰਗ ਹੋ ਚੁੱਕੀ ਹੋਈ ਹੈ। ਜੀ। ਕਿਸਾਨ ਵੀਰੋ, ਅਸੀਂ ਸਦਾ ਤੁਹਾਡੇ ਨਾਲ ਰਹਿੰਦੇ ਆ। ਇਸ ਦੌਰ ਦੇ ਵਿੱਚ ਜਿਹੜੇ ਕੋਈ ਤੁਹਾਨੂੰ ਨੁਕਸਾਨ ਹੋਏ, ਜਿਹੜਾ ਕੋਈ ਪਸ਼ੂਆਂ ਦੀ ਹਾਨੀ ਹੋਈ, ਸਾਨੂੰ ਉਹਦੇ ਪ੍ਰਤੀ ਸੰਵੇਦਨਾ ਵੀ ਆ, ਅਸੀਂ ਦਿਲੋਂ ਹਮਦਰਦੀ ਰੱਖਦੇ ਆ। ਪਰ ਗੱਲ ਸਿਰਫ ਇਹੋ ਆ ਜਾਂਦੀ ਆ ਕਿ ਕੁਦਰਤ ਦੇ ਅੱਗੇ ਸ਼ਾਇਦ ਕਿਸੇ ਦਾ ਪਾਰਾਵਾਰ ਨਹੀਂ ਜਾਂ ਜ਼ੋਰ ਨਹੀਂ ਚੱਲਦਾ। ਪਰ ਨਾਲ ਦੇ ਨਾਲ ਇਹ ਆ ਕਿ ਅਸੀਂ ਜੇ ਵਿਗਿਆਨਕ ਵਿਧੀਆਂ ਅਪਣਾਈਏ, ਅਸੀਂ ਵਿਗਿਆਨਕ ਤੌਰ ਤਰੀਕੇ ਅਪਣਾਈਏ, ਅਸੀਂ ਜਿਹੜਾ ਜਿਵੇਂ ਡਾਕਟਰ ਜਸਵੀਰ ਬੇਦੀ ਹੋਰਾਂ ਗੱਲ ਕੀਤੀ ਕਿ ਫਾਰਮਾਂ ਨੂੰ ਐਵੇਂ ਨਾ ਰੱਖੀਏ ਕਿ ਜਿਵੇਂ ਉਹ ਮੇਲੇ ਵਾਲੀ ਥਾਂ ਹੁੰਦੀ ਵੀ ਜਿਹੜਾ ਕੋਈ ਆ ਗਿਆ ਉਹਨੂੰ ਕਿਹਾ ਤੈਨੂੰ ਸੂਰ ਵਿਖਾਵਾਂ ਵੇ ਕਿੱਡੇ ਤਕੜੇ ਆ, ਜਾਂ ਤੈਨੂੰ ਆਪਣੀਆਂ ਮੈਸਾਂ ਵਿਖਾਵਾਂ, ਤੈਨੂੰ ਮੈਂ ਆਪਣੀਆਂ ਗਾਵਾਂ ਵਿਖਾਵਾਂ। ਵੀ ਇਹਨਾਂ ਚੀਜ਼ਾਂ ਦਾ ਅਸੀਂ ਖਿਆਲ ਰੱਖੀਏ, ਕਿਉਂਕਿ ਬਾਇਓ ਸਿਕਿਉਰਿਟੀ, ਜੈਵਿਕ ਸੁਰੱਖਿਆ ਜਿਹੜੀ, ਉਹਦੇ ਨਾਲ ਅਸੀਂ ਕਈ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਪਾਰ ਪਾ ਸਕਦੇ ਹਾਂ। ਤੇ ਬਾਕੀ ਤੇ ਡਾਕਟਰ ਤੁਹਾਡੇ ਨਾਲ ਹਰ ਵੇਲੇ ਤੁਹਾਡੀ ਸੇਵਾ 'ਚ ਹਾਜ਼ਰ ਨੇ, ਤੁਹਾਡੀ ਬਾਂਹ ਫੜਨ ਵਾਸਤੇ ਹਾਜ਼ਰ ਨੇ। ਜਦੋਂ ਕਿਤੇ ਲੋੜ ਹੋਏ ਸੰਪਰਕ ਦੇ ਵਿੱਚ ਰਹੋ। ਤੇ ਅਸੀਂ ਆਸ ਕਰਦੇ ਹਾਂ ਕਿ ਛੇਤੀ ਇਹਨਾਂ ਬਿਮਾਰੀਆਂ ਤੋਂ ਜਿਹੜਾ ਉਹ ਛੁਟਕਾਰਾ ਮਿਲੇਗਾ ਤੇ ਸਾਡਾ ਵਿਗਿਆਨਕ ਭਾਈਚਾਰਾ ਜਿਹੜਾ ਉਹ ਇਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਏਗਾ। ਡਾਕਟਰ ਜਸਵੀਰ ਬੇਦੀ ਜੀ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜਾਣਕਾਰੀ ਦਿੱਤੀ। ਸ਼ੁਕਰੀਆ ਜੀ। Today, Platform of Platforms is going to be launched by Honorable Agriculture Minister Shri Narendra Singh Tomar, Honorable Agriculture Minister of State Ms. Shobha Karandalaje, and Honorable Agriculture Minister for State Shri Kailash Chaudhary, in the presence of Honorable Chief Minister of Karnataka Shri Basavaraj Bommai, and Honorable Minister of Fertilizers and Health and Family Affairs Shri Mansukh Mandviya. हमने एक किसानों के लिए मंडी इनाम की योजना की है। आज किसान अपना माल ऑनलाइन हिंदुस्तान की किसी भी मंडी में बेच सकता है। अब वो मजबूर नहीं होगा। 1,260 markets all over the country. 1,73 lakhs beneficiary farmers. More than 2.25 lakh traders. Narrate the glorious story of 6 successful years of ENAM. Today, with the launch of Platform of Platforms, ENAM is all set to take a big leap to next level. POP will prove to be a revolutionary step as far as agri-marketing system is concerned. It will serve as one-stop shop for farmers, traders, entrepreneurs, and people related to agriculture. Through digitalization, it will ascertain the availability of service providers for different services. On one hand, farmers will get access to new markets, while on the other hand, they will be able to sell their produce to traders and buyers from other states also.
Moreover, getting the quality of crops tested through modern equipment and technology will be a lot easier. Farmers will get to know about the location of warehouses and godowns near them from impaneled service providers. Whereas, with the help of single window system of POP, they will get better logistic options, making crop transportation simple as well as economical. Services like POP Fintech will further add to the convenience as they will provide banking facilities and trade finance options, resulting in immediate payments to the farmers. Platform of platforms, which marks its commencement today with 41 impaneled service providers, will reduce farmers' input cost, impart an ease to business, and make India strong, successful, and Atmanirbhar.